ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਕੀਰਤਨ ਨੂੰ ਬਹੁਤ ਵੱਡੀ ਮਹਾਨਤਾ ਦੇ ਕੇ ਮਹਾਰਾਜ ਜੀ ਨੇ ਸਤਕਾਰਿਆ ਔਰ ਪਿਆਰਿਆ। ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਢਾਡੀ ਕਲਾ ਨੂੰ ਬਹੁਤ ਵੱਡਾ ਸਨਮਾਨ ਦੇ ਕੇ ਨਵਾਜਿਆ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਵੀਸ਼ਰੀ ਕਲਾ ਨੂੰ ਬਹੁਤ ਵੱਡਾ ਮਾਣ ਦੇ ਕੇ ਨਵਾਜਿਆ ਔਰ ਦੇਸ਼ ਵਿਦੇਸ਼ ਵਿੱਚ ਇਸ ਕਵੀਸ਼ਰੀ ਕਲਾ ਨੇ ਵਿਲੱਖਣ ਝੰਡੇ ਗੱਡੇ ਨੇ। ਉਸੇ ਕਵੀਸ਼ਰੀ ਕਲਾ ਨੂੰ ਹੋਰ ਉਭਾਰਨ ਵਾਸਤੇ ਔਰ ਲੜੀ ਜਿਵੇਂ ਕਈ ਕਵੀਸ਼ਰਾਂ ਨਾਲ ਪਹਿਲਾਂ ਵੀ ਅਸੀਂ ਗੱਲਬਾਤ ਕਰ ਚੁੱਕੇ ਹਾਂ, ਉਸੇ ਐਪੀਸੋਡ ਨੂੰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਦਾਸ ਢਾਡੀ ਬਲਬੀਰ ਸਿੰਘ ਪਾਰਸ ਔਰ ਮੇਰੇ ਨਾਲ ਬਹੁਤ ਹੀ ਸਤਿਕਾਰੇ ਤੇ ਪਿਆਰੇ ਕਵੀਸ਼ਰ ਗਿਆਨੀ ਮੱਖਣ ਸਿੰਘ ਜੀ ਦਸ਼ਮੇਸ਼ ਨਗਰ ਵਾਲੇ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਵੀਰ ਜੀ, ਆਪ ਜੀ ਨੂੰ ਜੀਓ ਕਹਿੰਦੇ ਹਾਂ, ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਕਵੀਸ਼ਰੀ ਕਲਾ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਸਤਿਕਾਰ ਦੇ ਕੇ ਨਵਾਜਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਕਵੀਸ਼ਰੀ ਬਹੁਤ ਵੱਡੀਆਂ ਬੁਲੰਦੀਆਂ ਉੱਤੇ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਵੀਸ਼ਰੀ ਕਲਾ ਦਾ ਆਗਾਜ਼ ਕਿਸ ਪਵਿੱਤਰ ਵਿਹੜੇ ਵਿੱਚ ਹੋਇਆ? ਕਵੀਸ਼ਰੀ ਕਲਾ ਦਾ ਆਗਾਜ਼ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਕੀਤਾ। ਉੱਥੇ ਉਹਨਾਂ ਨੇ ਕਵੀਸ਼ਰਾਂ ਨੂੰ ਕਵੀਸ਼ਰੀ ਕਰਨ ਵਾਸਤੇ ਪ੍ਰੇਰਿਆ। ਉਸ ਕਵੀਸ਼ਰੀ ਕਲਾ ਦਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਮਾਣ ਸਤਿਕਾਰ ਕੀਤਾ। ਵਾਹ ਵਾਹ। ਇੱਥੋਂ ਤੱਕ ਕਿ ਆਪਣੇ ਕਵੀਆਂ ਕਵੀਸ਼ਰਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਹਾਥੀ ਦੇ ਕੇ ਸਨਮਾਨ ਕੀਤਾ। ਏਡਾ ਵੱਡਾ ਸਨਮਾਨ ਜਿਹੜਾ ਕਿ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ, ਜਿਵੇਂ ਢਾਡੀਆਂ ਨੂੰ ਮਾਣ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਤਾ, ਬਿਲਕੁਲ ਰਾਗੀ ਸਿੰਘਾਂ ਨੂੰ ਮਾਣ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਜੀ। ਇਸੇ ਤਰ੍ਹਾਂ ਜੋਤ ਇੱਕ ਹੈ, ਜਾਮੇ 10 ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਜਾਮੇ ਵਿੱਚ ਆਣ ਕੇ ਉਹੀ ਜੋਤ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਵਿੱਚ ਸੀ ਜੀ। ਉਹਨਾਂ ਨੇ ਇਸ ਕਲਾ ਨੂੰ ਬਹੁਤ ਵੱਡਾ ਸਤਿਕਾਰ, ਬਹੁਤ ਵੱਡਾ ਮਾਣ ਬਖਸ਼ਿਆ ਜੀ। ਬਿਲਕੁਲ ਜੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਵੀਸ਼ਰੀ ਕਲਾ ਨੂੰ ਆਪਣੇ ਦਿਲੋਂ ਸਤਿਕਾਰ ਦੇ ਕੇ ਨਵਾਜਿਆ। 52 ਕਵੀ ਔਰ ਕਵੀਆਂ ਤੋਂ ਫਿਰ ਕਵੀਸ਼ਰੀ ਕਲਾ ਵੱਲ ਸਤਿਗੁਰੂ ਜੀ ਨੇ ਕਿਵੇਂ ਦਇਆ ਦ੍ਰਿਸ਼ਟੀ ਕੀਤੀ? ਕਿਉਂਕਿ 52 ਕਵੀਆਂ ਦਾ ਜ਼ਿਕਰ ਆਉਂਦਾ, ਪਰ ਕਵੀਆਂ ਤੋਂ ਫਿਰ ਕਵੀਸ਼ਰ ਕਿਵੇਂ ਬਣੇ? ਵੇਖੋ ਜੀ, ਕਵੀ ਜਿਹੜੇ ਸੀ ਉਹ ਕੱਲੇ ਕਵਿਤਾ ਬੋਲਦੇ ਸੀ ਜੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸੋਚਿਆ ਕਿ ਇਹਨਾਂ ਦੇ ਜੁੱਟ ਬਣਾ ਕੇ ਇਸ ਤਰ੍ਹਾਂ ਉਹਨਾਂ ਨੇ ਆਖਿਆ ਕਿ ਜਿਵੇਂ ਇੱਕ ਜਣਾ ਪ੍ਰਚਾਰ ਕਰੇਗਾ ਜੀ, ਇੱਕ ਜਣਾ ਅੱਗੇ ਬੋਲੇਗਾ, ਪਿੱਛੇ 2 ਜਾਣਿਆਂ ਦੀ ਜੋੜੀ ਹੋਏਗੀ, ਉਹਨੂੰ ਕਵੀਸ਼ਰੀ ਕਲਾ ਦਾ ਰੂਪ ਦੇ ਕੇ ਤੇ ਕਵੀਸ਼ਰ ਜਥਾ ਕਹਿ ਦਿੱਤਾ। ਵਾਹ। ਵੈਸੇ ਜਿਹੜੇ ਕਵੀਸ਼ਰੀ ਅੱਜ ਭਾਵੇਂ 3 ਜਣੇ ਵੀ ਕਵੀਸ਼ਰੀ ਕਰਦੇ ਨੇ, ਹਾਂ, ਕਈ ਵਾਰ ਵੇਖਿਆ 3 ਸਾਥੀ ਵੀ ਹੁੰਦੇ ਜਾਂ 4 ਹੁੰਦੇ, ਪਰ ਜਿਹੜਾ ਪ੍ਰੋਪਰ ਜਥਾ ਵਾ ਉਹ 4 ਜਣਿਆਂ ਦਾ ਹੁੰਦਾ। ਜਿਵੇਂ ਕਿ ਬਹੁਤ ਸਾਰੇ ਕਵੀਸ਼ਰ ਤੁਸੀਂ ਵੀ ਸੁਣੇ ਨੇ, ਅਸੀਂ ਸੁਣਦੇ ਰਹੇ ਹਾਂ। ਸਾਡੇ ਉਸਤਾਦ ਪਿਤਾ ਕਵੀਸ਼ਰੀ ਦੇ ਬਾਬਾ ਬੋੜ ਜੀ, ਗਿਆਨੀ ਜੋਗਾ ਸਿੰਘ ਜੋਗੀ, ਉਹਨਾਂ ਨੇ ਲਗਭਗ 70 ਸਾਲ ਕਵੀਸ਼ਰੀ ਕੀਤੀ ਹੈ। ਵਾਹ। ਤੇ ਮੇਰਾ ਖਿਆਲ ਉਹਨਾਂ ਨੇ ਲਗਾਤਾਰ 4 ਸਾਥੀ ਰੱਖੇ ਨੇ। ਕਈ ਵਾਰੀ 5 ਵੀ ਵੇਖੇ ਮੈਂ। ਹਾਂਜੀ, ਉਹ ਚਲੋ ਨਾਲ ਕੋਈ ਸਿੱਖਣ ਵਾਸਤੇ ਜਦੋਂ ਬੱਚਾ ਆਉਂਦਾ ਸੀ ਉਹਨੂੰ ਫਿਰ ਉਹ ਸਿਖਾਉਣ ਵਾਸਤੇ ਨਾਲ ਜਦੋਂ ਥੋੜਾ ਜਿਹਾ ਸਿੱਖਦਾ ਸੀ ਆਂਦੇ ਲਾ ਕਵਿਤਾ ਜੀ, ਇਸ ਤਰ੍ਹਾਂ ਕਰਕੇ। ਤੇ ਇਦਾਂ ਜਦੋਂ ਜਗੀਰ ਸਿੰਘ ਮਸਤ ਉਹਨਾਂ ਦਾ 4 ਜਾਣਿਆਂ ਦਾ ਜਥਾ ਸੀ। ਮੈਨੂੰ ਪਤਾ ਤੁਹਾਡੇ ਸਤਿਕਾਰਯੋਗ ਪਿਤਾ ਜੀ ਗਿਆਨੀ ਗੱਜਣ ਸਿੰਘ ਜੀ ਗੜਗੱਜ, ਬਿਲਕੁਲ ਜੀ, ਉਹਨਾਂ ਦੇ ਨਾਲ ਵੀ 4 ਜਾਣਿਆਂ ਦਾ ਜਥਾ ਸੀ। ਮੈਂ ਸੁਣਦਾ ਰਿਹਾ ਜਦੋਂ ਕਵੀਸ਼ਰੀ ਕਲਾ ਵੱਲ ਆਇਆ ਜੀ। ਮੈਂ ਉਹਨਾਂ ਦੇ ਬੇਰ ਸਾਹਿਬ ਗੁਰੂ ਕੀ ਬੇਰ ਗੁਰਦੁਆਰਾ ਉੱਥੇ ਦਰਸ਼ਨ ਕੀਤੇ ਆ। ਬਿਲਕੁਲ, ਬਹੁਤ ਵਧੀਆ ਜਥਾ ਸੀ ਉਹਨਾਂ ਦਾ। ਜੋਗਾ ਸਿੰਘ ਉਹਨਾਂ ਦੇ ਨਾਲ, ਵੀਰ ਜੋਬਨ ਉਹਨਾਂ ਦੇ ਨਾਲ, ਨਰਿੰਜਨ ਸਿੰਘ ਪੰਛੀ ਉਹਨਾਂ ਦੇ ਨਾਲ, ਕੇਵਲ ਸਿੰਘ ਕੋਮਲ, 4 ਜਾਣਿਆਂ ਦਾ ਜਥਾ ਬਹੁਤ ਵਧੀਆ ਜਥਾ ਸੀ। ਇਸ ਤਰ੍ਹਾਂ ਇੱਕ ਨਹੀਂ, ਅਨੇਕਾਂ ਕਵੀਸ਼ਰੀ ਜਥੇ ਜੇ ਆਪਾਂ ਗਿਣ ਸਕਦੇ ਹੋਈਏ ਤੇ ਗਿਣ ਸਕਦੇ ਹਾਂ, ਕਿਉਂਕਿ ਉਹ 4 ਜਾਣਿਆਂ ਦਾ ਜਥਾ। ਵੱਖਰੀ ਗੱਲ ਹੈ ਕਈ ਚਲੋ 3 ਵੀ ਚਲਾਈ ਜਾਂਦੇ ਨੇ, ਪਰ ਪ੍ਰੋਪਰ ਕਵੀਸ਼ਰ ਜਥਾ ਜਿਹੜਾ ਉਹ 4 ਬੰਦਿਆਂ ਦਾ ਹੁੰਦਾ। ਕਵੀਆਂ ਤੋਂ ਗੁਰੂ ਸਾਹਿਬ ਜੀ ਨੇ ਜੋਟੀਆਂ ਵਿੱਚ ਬੁਲਾਉਣਾ ਸ਼ੁਰੂ ਕੀਤਾ, ਇਹਨੂੰ ਕਲਾ ਕਵੀਸ਼ਰੀ ਕਹਿ ਕੇ ਸਤਿਕਾਰਿਆ। ਅਜੋਕੇ ਸਮੇਂ ਅੰਦਰ ਕਵੀਸ਼ਰੀ ਦਾ ਬਹੁਤ ਵੱਡਾ ਬੋਲਬਾਲਾ, ਪਰ ਅੱਜ ਦੀ ਦਸ਼ਾ ਤੇ ਦਿਸ਼ਾ ਕਵੀਸ਼ਰੀ ਕਿਸ ਮੁਕਾਮ ਤੇ ਖੜੀ ਆ, ਇਹਦੇ ਬਾਰੇ ਜ਼ਰੂਰ ਸੰਗਤ ਨਾਲ ਸਾਂਝਾ ਕਰੋ। ਵੇਖੋ ਜੀ, ਕਵੀਸ਼ਰੀ ਕਲਾ ਸਾਡੇ ਵੇਖਣ ਮੁਤਾਬਕ ਤੇ ਇਸ ਵੇਲੇ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ। ਬਿਲਕੁਲ ਠੀਕ ਆ। ਕੁਝ ਕਵੀਸ਼ਰ ਜਿਵੇਂ ਕੁਝ ਤਰਜ਼ਾਂ ਦੀ ਗੱਲ ਕਰਦੇ ਨੇ, ਉਹ ਵੀ ਮੈਂ ਸਮਝਦਾ ਕੁਝ ਤਰੱਕੀ ਦਿੱਤੀ ਹੈ। ਕਿਉਂ ਹਰ ਚੀਜ਼ ਨੂੰ, ਜਿਵੇਂ ਲੋਕ ਪਹਿਲੋਂ ਪੈਦਲ ਚੱਲਦੇ ਸੀ, ਮੈਨੂੰ ਪਤਾ ਸਾਡੇ ਨਗਰ ਤੋਂ ਤਰਨਤਾਰਨ ਸਾਹਿਬ ਮੱਸਿਆ ਤੇ ਜਾਂਦੇ ਸੀ ਪੈਦਲ, ਉਹ ਤੋਂ ਤਰੱਕੀ ਕੀਤੀ, ਸਾਈਕਲ ਆਏ, ਤਰੱਕੀ ਕੀਤੀ ਮੋਟਰਸਾਈਕਲ ਆਏ, ਬਿਲਕੁਲ ਤਰੱਕੀ ਕੀਤੀ, ਗੱਡੀਆਂ ਆਈਆਂ, ਵੱਡਾ ਹਨਾ। ਇਸੇ ਤਰ੍ਹਾਂ ਕਵੀਸ਼ਰੀ ਕਲਾ, ਜਿਵੇਂ ਉਹ ਕਵੀਸ਼ਰੀ ਕਲਾ ਸੀ ਉਹਨੂੰ ਥੋੜਾ ਜਿਵੇਂ ਲੋਕ ਚਾਹੁੰਦੇ ਸੀ, ਕਿਉਂਕਿ ਅੱਜ ਵੀ ਕਵੀਸ਼ਰ ਜਥੇ ਚੱਲਦੇ ਨੇ। ਤੁਸੀਂ ਵੇਖੋ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੀ ਧੜਕਣ ਇਹ ਹੁੰਦੀ ਆ ਵੀ ਸਾਨੂੰ ਇਸ ਰੰਗ ਵਿੱਚ ਇਸ ਤਰ੍ਹਾਂ ਕਵੀਸ਼ਰੀ ਗਾ ਕੇ ਸੁਣਾਓ। ਸੋ ਬਹੁਤ ਸਾਰੇ ਕਵੀਸ਼ਰ ਜਥੇ ਆ। ਠੀਕ ਹੈ, ਉਹ ਤਰਜ਼ ਚੰਗੀ ਹੋਣੀ ਚਾਹੀਦੀ ਆ, ਸਮੇਂ ਮੁਤਾਬਕ ਤਰਜ਼ ਦੀ ਲੋੜ ਪਈ। ਹਾਂਜੀ, ਸਮੇਂ ਮੁਤਾਬਕ ਜਿਵੇਂ ਬਹੁਤ ਵਧੀਆ ਨੇ, ਜਿਵੇਂ ਜਮਲਾ ਜੱਟ ਦੀਆਂ ਤਰਜ਼ਾਂ ਨੇ,
ਕੋਈ ਹੋਰ ਚੰਗੇ ਮਾਨਕ ਦੀਆਂ ਤਰਜ਼ਾਂ ਤੇ ਲਗਾਇਆ ਜਾਂਦਾ। ਪਰ ਜਿਹੜੀਆਂ ਚੰਗੀਆਂ ਤਰਜ਼ਾਂ ਉਹਨਾਂ ਨੂੰ ਜੇ ਤਿਆਰ ਕਰਕੇ ਤੇ ਉੱਤੇ ਕਵੀਸ਼ਰੀ ਗਾਈ ਜਾਵੇ ਤਾਂ ਕੋਈ ਮਾੜੀ ਨਹੀਂ ਲੇਕਿਨ ਕਵੀਸ਼ਰੀ ਕਲਾ ਨੂੰ ਹਕੀਕਤ ਇਹ ਵੀ ਮੰਨਣੀ ਪਵੇਗੀ ਕਿ ਮਾਨਕ ਵਰਗੇ ਕਲਾਕਾਰਾਂ ਨੇ ਵੀ ਕਿਤੇ ਨਾ ਕਿਤੇ ਢਾਡੀ ਜਾਂ ਕਵੀਸ਼ਰਾਂ ਦੇ ਤਰਜ਼ਾਂ ਨੂੰ ਗਾਇਆ ਜੀ। ਹੁਣ ਮਾਨਕ ਨੂੰ ਵੈਸੇ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ। ਜੇ ਤੁਸੀਂ ਉਹਨਾਂ ਦੇ ਸੁਣੋਗੇ ਬਹੁਤ ਸਾਰੇ ਉਹਨਾਂ ਦੋਤਾਰੇ ਛੰਦ ਉਹਨਾਂ ਗਾਏ ਨੇ। ਕਲੀ ਕੋਰੜਾ ਸਭ ਗਾਏ। ਹਾਂ, ਕਲੀ ਵੀ ਗਾਈ, ਕੋਰੜਾ ਵੀ। ਮੈਂ ਗੱਲ ਕਰਦਾ ਉਹਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਗਿਆ। ਕਲੀ ਵੀ ਉਹਨਾਂ ਗਾਈ ਆ। ਕਵੀਸ਼ਰੀ ਦੀ ਤਰਜ਼ ਬੜੀ ਪਿਆਰੀ ਤਰਜ਼ ਆ ਕਲੀ ਦੀ ਜੀ। ਇਸੇ ਤਰ੍ਹਾਂ ਕੋਰੜਾ ਛੰਦ ਆ, ਕਵੀਸ਼ਰੀ ਦਾ ਸ਼ੁਰੂਆਤ ਦਾ ਛੰਦ ਆ। ਬਹੁਤ ਸਾਰੇ ਨਵੇਂ ਬੱਚੇ ਜਦੋਂ ਆਉਂਦੇ ਰਹੇ ਆ, ਮੈਂ ਵੀ ਆਪਣੇ ਉਸਤਾਦ ਪਿਤਾ ਕੋ ਗਿਆ ਸੀ, ਜੋਗੀ ਸਾਹਿਬ ਕੋ। ਕੋਰੜੇ ਛੰਦ ਤੋਂ ਸ਼ੁਰੂ ਕਰਨਾ ਉਹਨਾਂ ਨੇ। ਕੋਰੜਾ ਛੰਦ ਪਹਿਲਾਂ ਲਿਖਾਉਣਾ ਵੀ ਸੌਖਾ ਵਾ। ਇਸ ਤਰ੍ਹਾਂ ਉਹ ਮਾਨਕ ਦੀ ਕਵੀਸ਼ਰੀ ਕਲਾ ਵਿੱਚ ਕੋਰੜਾ ਛੰਦ ਜਿਹੜਾ ਸਭ ਤੋਂ ਪਹਿਲਾ ਛੰਦ ਆ। ਥੋੜ੍ਹਾ ਪਹਿਲਾ ਛੰਦ ਆ ਜੀ। ਇਹਦੇ ਲਗਭਗ 13 ਤੋਂ 15 ਅੱਖਰ ਹੁੰਦੇ ਆ। ਬਾਕੀ ਇਹਦਾ ਵਜਨ ਹੁੰਦਾ ਕਵਿਤਾ ਲਿਖਣ ਵਾਸਤੇ ਜੀ 13 ਲਫ਼ਜ਼ ਵੀ ਵਰਤੇ ਜਾ ਸਕਦੇ ਆ, 15 ਵੀ ਉਹਦਾ ਵਜਨ ਬਰਾਬਰ ਹੋਣਾ ਚਾਹੀਦਾ ਜੀ। ਕਾਫੀਆ ਜੁੜਦਾ ਹੋਵੇ ਬਰਾਬਰ। ਹਾਂਜੀ, ਕਾਫੀਆ ਜੁੜਦਾ ਹੋਵੇ ਤੇ ਵਜਨ ਪੂਰਾ ਹੁੰਦਾ, ਵਜਨ ਹੋਣਾ ਹੋਵੇ ਪੂਰਾ। ਕੋਰੜਾ ਹੋਵੇ, ਕਲੀ ਹੋਵੇ, ਟਰਨ ਹੋਵੇ, ਦੋਹਰਾ ਛੰਦ ਹੋਵੇ। ਲਗਭਗ ਇੱਕੋ ਜਿਹੇ ਕਵੀਸ਼ਰੀ ਦੇ ਇੱਕ ਦੋ ਅੱਖਰ ਦਾ ਹੀ ਅੱਗੇ ਪਿੱਛੇ ਦਾ ਫਰਕ ਹੈ, ਬਹੁਤਾ ਜ਼ਿਆਦਾ ਨਹੀਂ। ਬਿਲਕੁਲ। ਅੱਜ ਸਾਡੇ ਸਰੋਤਿਆਂ ਨਾਲ ਕਿਹੜੀ ਚੀਜ਼ ਸਾਂਝੀ ਕਰ ਰਹੇ ਹੋ? ਅਸੀਂ ਤੁਹਾਡੇ ਸਰੋਤਿਆਂ ਨਾਲ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਦੂਸਰੀ ਜੰਗ ਵਿੱਚੋਂ ਇੱਕ ਦੋਹਰਾ ਛੰਦ ਵੀ ਉਹਨੂੰ ਕਹਿੰਦੇ ਨੇ, ਵਾਰ ਵੀ ਕਹਿ ਦਿੰਦੇ ਨੇ। ਬੜਾ ਕਮਾਲ ਦਾ ਛੰਦ ਹੈ, ਗਿਆਨੀ ਬਲਦੇਵ ਸਿੰਘ ਬੈਂਕਾ ਦੀ ਲਿਖਤ ਆ। ਤੇ ਮੇਰੇ ਬਹੁਤ ਚੰਗੇ ਸਾਥੀ ਜਿਹੜੇ ਉਹ ਤੁਹਾਡੇ ਸਾਹਮਣੇ ਸੁਣਾ ਦੇਣਗੇ ਜੀ। ਜ਼ਰੂਰ ਸੁਣਦੇ ਆ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਹਰਗੋਬਿੰਦਪੁਰੇ ਦੀ ਧਰਤੀ ਤੇ ਦੂਸਰੀ ਜੰਗ ਲੜ ਰਹੇ ਸੀ। ਅਬਦੁੱਲੇ ਖਾਨ ਦਾ ਇੱਕ ਪੁੱਤਰ ਨਬੀ ਬਖਸ਼ ਜਿਹੜਾ ਉਹ ਮਾਰਿਆ ਗਿਆ। ਦੂਸਰਾ ਪੁੱਤਰ ਉਹਦਾ ਨਿਕਲਿਆ ਕਰੀਮ ਬਖਸ਼। ਉਹਦੇ ਨਾਲ ਚੰਦੂ ਦਾ ਪੁੱਤਰ ਕਰਮਚੰਦ ਨਿਕਲਿਆ। ਇਹਨਾਂ ਦੋਵਾਂ ਨੂੰ ਨਿਕਲਦਿਆਂ ਵੇਖ ਕੇ 6ਵੇਂ ਪਾਤਸ਼ਾਹ ਦੇ ਕੋਲ ਖਲੋਤਾ ਸੀ ਬਹਾਦਰ ਬਿਧੀ ਚੰਦ। ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਥਾਪੜਾ। ਬਹਾਦਰ ਬਿਧੀ ਚੰਦ ਆ ਗਿਆ ਮੈਦਾਨ ਵਿੱਚ। ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ, ਸੋਹਣਿਆਂ ਦੇ ਸੁਲਤਾਨ, ਉਹਨਾਂ ਦਾ ਮਹਾਨ ਸੇਵਕ ਬਹਾਦਰ ਬਾਬਾ ਬਿਧੀ ਚੰਦ। ਦੂਸਰੇ ਪਾਸੇ ਕਰੀਮ ਬਖਸ਼ ਤੇ ਰਤਨ ਚੰਦ। ਤਿੰਨਾਂ ਨੇ ਧਰਮ ਯੁੱਧ ਵਿੱਚ ਮੋਰਚਾ ਐਉਂ ਲਾਇਆ। ਲੈ ਸਤਿਗੁਰ ਤੋਂ ਆਗਿਆ ਬਿਧੀ ਚੰਦ ਬਲਵਾਨ, ਢਾਲ ਫੜੀ ਇੱਕ ਹੱਥ ਮੇ ਤੇ ਦੂਜੇ ਕਿਰਪਾਨ। ਦਿੱਤੀਆਂ ਗੁਰੂ ਦਲੇਰੀਆਂ ਗੁਰਮਤਿ ਰੂਪ ਗਿਆਨ, ਮਸਤੀ ਅੰਦਰ ਝੂਮਦਾ ਰਤਾ ਨਹੀਂ ਅਭਮਾਨ। ਜ਼ਿੰਦਗੀ ਬੰਦਗੀ ਮੌਤ ਦੀ ਉਹ ਪੂਰੀ ਜਿਹਨੂੰ ਪਛਾਣ, ਜੋ ਕਰਦਾ ਹੈ ਵਾਹਿਗੁਰੂ ਉਹ ਸਭ ਸਾਨੂੰ ਪਰਵਾਨ। ਮਾਨੋ ਅਰਜਨ ਚੜ ਪਿਆ ਦੁਸ਼ਟਾਂ ਤਾਈਂ ਖਪਾਨ, ਹਨੂ ਰਾਮ ਦਾ ਚੱਲਿਆ ਲੰਕਾ ਤਾਈਂ ਜਲਾਨ। ਖੱਬੇ ਮੋਢੇ ਲਟਕਦੀ ਉਹ ਦੂਜ ਦਾ ਚੰਦ ਕਮਾਨ, ਸੱਜੇ ਸਰਪ ਕਰੁੰਡੀਏ ਉਹ ਗਿੱਠ ਗਿੱਠ ਜੀ ਬਹਲਾਨ। ਰਾਕੀ ਰੂਪ ਤੂਫਾਨ ਦਾ ਓ ਹਿਣਕੇ ਮੇਘ ਸਮਾਨ, ਰਾਕੀ ਰੂਪ ਤੂਫਾਨ ਦਾ ਹਿਣਕੇ ਮੇਘ ਸਮਾਨ। ਤੜਕੇ ਛਾਲਾਂ ਉਹਦੀਆਂ ਮਿਰਗ ਨੀਵੀਆਂ ਪਾਨ। ਉਹ ਤੇਜ ਮੱਥੇ ਦਾ ਡਲਕਦਾ ਈ ਓ ਤੇਜ ਮੱਥੇ ਦਾ ਡਲਕਦਾ ਉਹ ਜਿਵੇਂ ਸਹੰਸਰ ਪਾਨ। ਤਾਰੇ ਮੂਛ ਪਾਵਦੇ ਉਹ ਵੇਖੀ ਉਸ ਦੀ ਸ਼ਾਨ। ਚੜ੍ਹਦੀ ਉਸ ਦੀ ਵੇਖ ਕੇ ਰਹਿ ਗਈ ਜਿਮੀ ਹੈਰਾਨ, ਨਾ ਹੋਇਆ ਨਾ ਹੋਵਣਾ ਸਾਨੀ ਵਿੱਚ ਜਹਾਨ। ਉਹ ਹੱਲਾ ਕੀਤਾ ਸ਼ੇਰ ਨੇ ਅੱਗਿਓਂ ਲਾ ਕੇ ਪੂਰਾ ਤਾਨ, ਜਾਨਾਂ ਹੋਈਆਂ ਸਵੱਲੀਆਂ ਤੇ ਪਿੜ ਵਿੱਚ ਲੈ ਗਏ ਕਾਂ। ਤੀਰਾਂ ਉਹਦੀਆਂ ਧਰਤੀ ਲਹੂ ਲਹਾਨ, ਪੈ ਗਈ ਉਸ ਦੀ ਚੀਰ ਤੇ ਰਾਕੀ ਸਣੇ ਜਵਾਨ। ਉਹ ਭੱਜੀ ਜਾਂਦੀ ਫੌਜ ਦੀ ਅੱਗਿਓਂ ਕਰਮਾ ਸਾਂਭ ਕਮਾਨ, ਗੁੱਸੇ ਦੇ ਵਿੱਚ ਲੱਗਿਆ ਉਹ ਨੈਣੋ ਅੱਗ ਬਰਸਾਨ। ਸਾਵੇਂ ਆਲ ਲਲਕਾਰਦਾ ਉਹ ਭਰਿਆ ਵਿੱਚ ਗਮਾਨ, ਸਾਵੇਂ ਆਲ ਲਲਕਾਰਦਾ ਭਰਿਆ ਵਿੱਚ ਗਮਾਨ। ਸੰਭਲਿਆ ਹੀ ਆ ਕੇ ਲੱਗਾ ਵਾਰ ਚਲਾਨ। ਉਹ ਬਿਧੀ ਚੰਦ ਨੇ ਰੋਕ ਕੇ ਈ ਓ ਬਿਧੀ ਚੰਦ ਨੇ ਰੋਕ ਕੇ ਅੱਗਿਓਂ ਮਾਰੀ ਵਾਂਗ ਵਧਾਨ। ਘੋੜਾ ਡਿੱਗਾ ਕਰਮ ਦਾ ਤੇ ਨਿਕਲੇ ਵਿੱਚੋਂ ਬਰਾਨ। ਘੋੜੇ ਥੱਲੇ ਲੱਤ ਪਈ ਕਰਮ ਚੰਦ ਦੀ ਜਾਨ, ਬਿਧੀ ਚੰਦ ਨੇ ਬੰਨਿਆ ਮੁਸ਼ਕਾਂ ਤੋਂ ਭਲਵਾਨ। ਉਹ ਫੜ ਕੇ ਸ਼ੇਰ ਸ਼ਿਕਾਰ ਨੂੰ ਉਹ ਫੜ ਕੇ ਸ਼ੇਰ ਸ਼ਿਕਾਰ ਨੂੰ ਤੇ ਵਾਪਸ ਹੋਇਆ ਰਵਾਨ।
ਗੁਰਚਰਨਾਂ ਵਿੱਚ ਸੁੱਟਿਆ ਉਹ ਚੰਦੂ ਦਾ ਪੁੱਤਰਾ। ਉਹ ਪੁੱਛਿਆ ਜਦੋਂ ਹਜ਼ੂਰ ਨੇ ਕਰਮਾਂ ਕਰੇ ਬਿਆਨ, ਬੈਂਕਾ ਬਾਗਨ ਖੁੱਟ ਦੇ ਜਾਂ ਭੁੱਲ ਕਰੇ ਇਨਸਾਨ। ਵਾਹ ਜੀ ਵਾਹ, ਮੱਖਣ ਸਿੰਘ ਜੀ ਕਮਾਲ ਕਰਤੇ। ਗੁਰਮੇਲ ਸਿੰਘ, ਭੁਪਿੰਦਰ ਸਿੰਘ ਤੇ ਦੂਜੇ ਸਾਥੀ ਆਪਣੇ ਜੋਗਿੰਦਰ ਸਿੰਘ ਜੀ, ਬੜੇ ਕਮਾਲ ਜੋੜੀਆਂ ਵਿੱਚੋਂ ਜੇ ਗੱਲ ਕਰੀਏ ਨਾ, ਬੜੀ ਕਮਾਲ ਦੀ ਜੋੜੀ ਆ, ਕਿਉਂਕਿ ਇੱਕੋ ਜਿਹੇ ਲਫ਼ਜ਼ ਤੋਲ ਕੇ ਮਿਣ ਕੇ ਸੰਗਤ ਦੀ ਝੋਲੀ ਵਿੱਚ ਪਾਉਂਦੇ। ਤੇ ਜੇ ਗੱਲ ਕਰੀਏ ਗੁਰਮੇਲ ਸਿੰਘ ਦੀ, ਬੜਾ ਕਮਾਲ ਦਾ ਕੋਈ ਆ। ਯਾਦ ਦਵਾ ਦਿੱਤੀ ਉਹਨਾਂ ਪੁਰਾਣੇ ਕਵੀਸ਼ਰਾਂ ਦੀ ਜਿਹੜੇ ਬੜੇ ਹਿੱਕ ਦੇ ਦਮ ਨਾਲ ਗਾਉਣ ਵਾਲੇ ਸੀਗੇ। ਅੱਜ ਵੀ ਮੁੰਡੇ ਸੋਹਣਾ ਗਾਉਂਦੇ ਨੇ ਤੇ ਬਹੁਤ ਖੁਸ਼ੀ ਹੋਈ। ਅਰਦਾਸ ਵੀ ਕਰਦਾ ਵਾਹਿਗੁਰੂ ਕਿਰਪਾ ਕਰਨ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀ ਕਰੋ। ਆਉਣ ਵਾਲਾ ਜਿਹੜਾ ਛੰਦ ਆ ਉਹ ਵੀ ਕਵੀਸ਼ਰੀ ਕਲਾ ਨਾਲ ਜੁੜਿਆ ਹੋਇਆ। ਬਿਲਕੁਲ ਜੀ, ਅਸੀਂ ਉਹ ਵੀ ਕਵੀਸ਼ਰੀ ਕਲਾ ਦਾ ਛੰਦ ਆ। ਮੈਨੂੰ ਅੱਗੇ ਰਾਤੀ ਮੇਰੀ ਗੱਲ ਹੋਣ ਡਈ ਸੀ ਕੱਲ ਅਜੀਤ ਸਿੰਘ ਦਰਦੀ ਹੋਣਾ ਨਾਲ, ਉਹਨਾਂ ਨੂੰ ਥੋੜ੍ਹੇ ਦਿਨ ਹੋਏ ਮਾਨ ਸਨਮਾਨ ਮਿਲਿਆ ਜੀ, ਬੜੇ ਖੁਸ਼ ਤੇ ਉਹ ਮੈਨੂੰ ਵੀ ਕਹਿ ਰਹੇ ਸੀ ਤੁਹਾਡੇ ਵਾਲੀ ਗੱਲ, ਉਹ ਕਹਿ ਰਹੇ ਸੀ ਵੀ ਤੁਹਾਡੀ ਜਿਹੜੀ ਜੋੜੀ ਆ ਨਾ ਜੀ, ਇਹ ਜਿਹੜੀ ਜੋਗੀ ਸਾਹਿਬ ਨਾਲ ਚੰਨ ਮੋਹਨ ਦੀ ਜੋੜੀ ਹੁੰਦੀ ਸੀ ਨਾ, ਕੀ ਬਾਤ ਹੈ, ਉਹਦੀ ਯਾਦ ਦਵਾ ਦਿੰਦੀ ਹੈ। ਬਿਲਕੁਲ। ਤੇ ਉਹਨਾਂ ਨੂੰ ਫਿਰ ਮੈਂ ਦੱਸਿਆ, ਮੈਂ ਕਿਹਾ ਵੀ ਇੱਕ ਤੇ ਵੱਡੀ ਗੱਲ ਆ ਵੀ ਉਹ ਸਕੇ ਭਾਈ ਨੇ, ਸਕੇ ਭਰਾ ਨੇ, ਵੀ ਘਰੇ ਇਕੱਠੇ ਰਹਿੰਦੇ ਨੇ, ਜਦੋਂ ਵੀ ਬਾਹਰ ਨੂੰ ਜਾਂਦੇ ਆ ਕਿਸੇ ਵੀ ਕਾਰਜ ਲਈ ਇਕੱਠੇ ਜਾਂਦੇ ਨੇ। ਰਿਹਰਸਲ ਦਾ ਮੌਕਾ ਜ਼ਿਆਦਾ, ਜਿਹੜਾ ਕੋਈ ਉਹਨਾਂ ਨੂੰ ਲਫ਼ਜ਼ ਜਾਪਦਾ ਵੀ ਅੜਦਾ ਜਾਂ ਉਹ ਟੇਕ ਚੁੱਕਣੀ ਆ, ਕਿਸ ਤਰ੍ਹਾਂ ਚੁੱਕਣੀ ਆ, ਜਿਹੜਾ ਵਾਧਾ ਦੇਣਾ ਕਿਸ ਤਰ੍ਹਾਂ ਦੇਣਾ, ਉਹ ਇਕੱਠੇ ਰਹਿਣ ਦਾ ਕਾਰਨ ਇਹ ਆ ਜੀ। ਤੇ ਗੁਰਮੇਲ ਸਿੰਘ ਜਿਹੜਾ ਉਹ ਤੇ ਹੈ ਹੀ ਕਮਾਲ ਦਾ, ਬਾਕੀ ਉਹ ਵੀ ਉਹਨਾਂ ਦੇ ਬਿਲਕੁਲ ਲਾਗੇ ਆ, 5-4 ਕਿਲੋਮੀਟਰ ਦੀ ਵੇਥੇ ਆ, ਤੇ ਉਹ ਬਹੁਤ ਸਮਾਂ ਆਪਸ ਵਿੱਚ ਇਕੱਠੇ ਰਹਿੰਦੇ ਨੇ। ਵਾਹ। ਕਈ ਵਾਰੀ ਗੁਰਮੇਲ ਸਿੰਘ ਉਹਨਾਂ ਕੋਲ ਆ ਜਾਂਦਾ, ਕਈ ਵਾਰੀ ਉਹ ਗੁਰਮੇਲ ਸਿੰਘ ਚਲੇ ਜਾਂਦੇ ਆ। ਇਸ ਵਾਸਤੇ ਕਿਤੇ ਅੱਜ ਦੇ ਸਮੇਂ 'ਚ ਨਾ ਅਸੀਂ ਛੱਡਦੇ ਜਾਂਦੇ ਨਾ ਗੱਲਾਂ ਨੂੰ। ਕਦੇ ਮੈਂ ਵੀ ਜਾਂਦਾ ਰਿਹਾ ਆਪਣੇ ਜਥੇਦਾਰ ਜੀ ਦੇ ਕੋਲ, ਸਤਨਾਮ ਹੋਰੀ ਸਕੱਤਰ ਹੋਣੀ ਮੇਰੇ ਨਾਲ ਹੁੰਦੇ ਸੀ, ਤੇ ਮੈਨੂੰ ਯਾਦ ਆ ਤੁਰ ਕੇ ਜਾਣਾ ਤੇ ਰੈਸਲ ਕਰਨੀ। ਹੁਣ ਕਿਤੇ ਨਾ ਕਿਤੇ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ। ਹਾਂਜੀ, ਪਰ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਫਿਰ ਪਰਮਾਤਮਾ ਬਹੁਤ ਕੁਝ ਬਖਸ਼ਦਾ। ਮੈਂ ਸਮਝਦਾ ਵੀ ਇਹ ਮੇਰੇ ਸਾਥੀਆਂ ਦੀ ਮਿਹਨਤ ਜਿਹੜੀ ਆ ਬਹੁਤ ਥੋੜੇ ਸਮੇਂ ਵਿੱਚ, ਸ਼ਾਇਦ ਜਿੰਨੀ ਸਾਡੇ ਜਥੇ ਨੇ ਤਰੱਕੀ ਕੀਤੀ ਆ, ਬਿਲਕੁਲ ਸ਼ਾਇਦ ਵਿਰਲਾ ਹੀ ਹੋਊਗਾ। ਗੁਰੂ ਸਾਹਿਬ ਦੀ ਕਿਰਪਾ, ਵੱਡੀਆਂ ਬਖਸ਼ਾਂ ਮਿਲੀਆਂ। ਹਾਂਜੀ, ਬੜੇ ਮਾਨ ਸਨਮਾਨ ਜੀ ਸਾਡੇ ਜਥੇ ਨੂੰ। ਜੇ ਪਿਛਲੇ ਸਾਲ 2 ਮੋਟਰਸਾਈਕਲ ਮਿਲੇ ਸਨਮਾਨ 'ਚ, ਉਸ ਤੋਂ ਬਾਅਦ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਜੀ, ਉਹਨਾਂ ਨੇ ਸਾਨੂੰ ਸੋਨੇ ਦਾ ਪੈਨ ਦੇ ਕੇ ਸਨਮਾਨ ਕੀਤਾ। ਆ ਹੁਣ ਥੋੜੇ ਦਿਨਾਂ ਨੂੰ ਹੀ ਬਹੁਤ ਵੱਡੀ ਬੁਲੰਦ ਆਵਾਜ਼ ਗਿਆਨੀ ਨਿਰਮਲ ਸਿੰਘ ਚੋਲਾ ਸਾਹਿਬ, ਉਹ ਕਵੀਸ਼ਰ ਆ ਵੀ ਜਿਨ੍ਹਾਂ ਨੇ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਬਿਲਕੁਲ। ਅਸੀਂ ਬਾਹਰ ਗਏ ਆ, ਮੈਂ 13-14 ਦੇਸ਼ ਵੇਖੇ ਨੇ ਬਾਹਰ, ਜਿੱਥੇ ਕੌਮ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ, ਉੱਥੇ ਉਹ ਗਿਆਨੀ ਨਿਰਮਲ ਸਿੰਘ ਚੋਲਾ ਦੀ ਤਸਵੀਰ ਵਿੱਚ। ਵਾਹ। ਉਹਨੇ ਹਿੱਕ ਦੇ ਜ਼ੋਰ ਨਾਲ ਗਾਇਆ, ਗਿਆਨੀ ਜਗੀਰ ਸਿੰਘ ਮਸਤ ਉਹਨਾਂ ਦੇ ਨਾਲ, ਬਹੁਤ ਹੋਰ ਕਵੀਸ਼ਰਾਂ ਨਾਲ ਗਾਇਆ। ਬਿਲਕੁਲ। ਤੇ ਉਸ ਕਵੀਸ਼ਰ ਦਾ ਅਵਾਰਡ ਦੇ ਕੇ ਸਾਡੇ ਜਥੇ ਨੂੰ ਥੋੜੇ ਦਿਨਾਂ ਨੂੰ ਸੋਨੇ ਦਾ ਕੈਂਠਾ ਪਾ ਕੇ ਸਨਮਾਨ ਕੀਤਾ ਜਾ ਰਿਹਾ। ਵਾਹ, ਬਹੁਤ ਖੁਸ਼ੀ। ਇਹ ਸਾਰੀ ਗੁਰੂ ਸਾਹਿਬ ਦੀ ਰਹਿਮਤ। ਬਾਕੀ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਦਾ ਤੇ ਮਹਾਂਪੁਰਖਾਂ ਦਾ, ਜਿਹੜੇ ਮਹਾਂਪੁਰਖ ਸਾਡੀ ਪਿੱਠ ਤੇ ਥਾਪੜਾ ਦਿੰਦੇ ਨੇ। ਉਹਨਾਂ 'ਚ ਬਾਬਾ ਅਵਤਾਰ ਸਿੰਘ ਸਾਹਿਬ ਜੀ ਘਰਿਆਲੇ ਵਾਲੇ ਮੈਂ ਨਾਂ ਲੈਣਾ ਜ਼ਰੂਰੀ ਸਮਝਦਾ, ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਵਾਲੇ, ਮਤਲਬ ਉਹਨਾਂ ਦਾ ਸਾਡੀ ਪਿੱਠ ਤੇ ਇੰਨਾ ਥਾਪੜਾ ਹੈ ਵੀ ਬਾਬੇ ਅਵਤਾਰ ਸਿੰਘ ਹੁਣਾਂ ਦੇ ਹਰ ਸਮਾਗਮ ਤੇ ਸਾਡੇ ਜਥੇ ਦੀ ਹਾਜ਼ਰੀ ਹੁੰਦੀ। ਸਾਡੇ ਕੋਲ ਟਾਈਮ ਨਾ ਹੋਵੇ ਤੇ ਫੇਰ ਆ ਬਹੁਤ ਸਾਰਾ, ਜਿੱਦਾਂ ਹੁਣ ਤੁਸੀਂ 2-3 ਦਿਨ ਤੋਂ ਆਖ ਰਹੇ ਸੀ ਜੀ ਵੀ ਆਓ, ਪਰ ਸਾਡੇ ਕੋਲ ਟਾਈਮ ਹੀ ਨਹੀਂ, ਸੰਗਤਾਂ ਇੰਨਾ ਪਿਆਰ ਕਰਦੀਆਂ ਨੇ। ਰੋਜ਼ ਪ੍ਰੋਗਰਾਮ ਸੀ, ਅੱਜ ਵੀ ਲੇਟ ਆਏ ਥੋੜਾ ਜਿਹਾ, ਸਮਾਗਮ ਕਰਕੇ ਆਏ ਇੱਕ। ਇਹ ਚਲੋ ਗੁਰੂ ਸਾਹਿਬ ਦੀ ਵੱਡੀ ਬਖਸ਼ਿਸ਼ ਆ, ਇਸੇ ਤਰ੍ਹਾਂ ਹੀ ਰਵੇ, ਕਿਉਂਕਿ ਬਿਜੀ ਰਹੀਏ ਪ੍ਰੋਗਰਾਮਾਂ ਨਾਲ ਹੀ ਜਥਾ ਹੋਰ ਤਰੱਕੀ ਕਰਦਾ। ਜਿਹੜਾ ਛੰਦ ਹੁਣ ਆਪਾਂ ਕਹਿ ਰਹੇ ਉਹਦਾ ਨਾਮ ਸੰਗਤ ਦੀ ਝੋਲੀ ਜ਼ਰੂਰ ਪਾਓ। ਉਹ ਛੰਦ ਟਰਨ ਛੰਦ ਆ ਜੀ, ਕਵੀਸ਼ਰੀ ਕਲਾ ਦਾ, ਕਵੀਸ਼ਰੀ ਕਲਾ ਦਾ ਟਰਨ ਛੰਦ ਆ, ਬਹੁਤ ਕਮਾਲ ਦਾ ਛੰਦ ਆ। ਤੇ ਇਹ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਦੂਸਰੀ ਜੰਗ ਵਿੱਚ ਅਬਦੁੱਲਾ ਖਾਨ, ਚੰਦੂ ਦਾ ਪੁੱਤਰ ਕਰਮਚੰਦ, ਤੇ ਦੂਸਰਾ ਪੁੱਤਰ ਉਹਦਾ ਉਹ ਆ ਗਿਆ ਰਤਨ ਚੰਦ, ਇਹ ਤਿੰਨਾਂ ਨੇ ਆਣ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਜੰਗ ਕਿਵੇਂ ਕੀਤੀ। ਟਰਨ ਛੰਦ ਦੂਸਰੀ ਜੰਗ ਆ, ਹਰਗੋਬਿੰਦਪੁਰ ਦੀ ਧਰਤੀ ਦੇ ਬਿਆਸ ਦਰਿਆ ਦੇ ਕੰਢੇ ਤੇ ਜੰਗ ਹੋਈ ਹੈ। ਬਿਲਕੁਲ, ਬੜਾ ਕਮਾਲ ਦਾ ਛੰਦ ਹੈ। ਮੈਂ ਆਪਣੇ ਸਾਥੀਆਂ ਨੂੰ ਕਹਿੰਦਾ ਤੁਹਾਨੂੰ ਸੁਣਾ ਦਿੰਦੇ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਹਰਗੋਬਿੰਦਪੁਰੇ ਦੀ ਧਰਤੀ ਤੇ ਜੰਗ ਲੜ ਰਹੇ ਸੀ, ਜਦੋਂ ਬਹਾਦਰ ਬਿਧੀ ਚੰਦ ਨੇ ਅਬਦੁੱਲੇ ਦਾ ਪੁੱਤਰ ਮਾਰ ਦਿੱਤਾ ਤੇ ਚੰਦੂ ਦਾ ਪੁੱਤਰ ਜਿਉਂਦਾ ਫੜ ਕੇ ਲੈ ਜਾਂਦਾ, ਇਹਨੂੰ ਛੱਡ ਦਿੱਤਾ। ਇਹ ਚਲੇ ਗਿਆ ਅਬਦੁੱਲੇ ਖਾਨ ਦੇ ਕੋਲ। ਅਬਦੁੱਲੇ ਨੇ ਸੋਚਿਆ 2 ਪੁੱਤਰ ਲੈ ਕੇ ਤੁਰਿਆ ਸਾਂ, ਦੋਵੇਂ ਹੀ ਮਾਰੇ ਗਏ ਆ, ਮੈਂ ਜਾਨ ਕਿਸ ਵਾਸਤੇ ਬਚਾਉਣੀ ਆ। ਅਬਦੁੱਲਾ ਖਾਨ ਆਪ ਤਿਆਰ ਹੋਇਆ, ਇਹਦੇ ਨਾਲ ਚੰਦੂ ਦਾ ਪੁੱਤਰ ਕਰਮਚੰਦ ਫੇਰ ਤਿਆਰ ਹੋ ਗਿਆ, ਇਹਨਾਂ ਦੇ ਨਾਲ ਭਗਵਾਨ ਦਾਸ ਘੇਰੜ ਦਾ ਪੁੱਤਰ ਰਤਨ ਚੰਦ ਤਿਆਰ ਹੋ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਸਿੱਖੋ
ਮੈਦਾਨ ਖੁੱਲ੍ਹਾ ਕਰ ਦਿਓ, ਕਿਉਂਕਿ ਇਹਨਾਂ ਦੇ ਮਨ ਦੀ ਖਾਸ਼ ਹੈ ਕਿ ਅਸੀਂ ਤਿੰਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਜੰਗ ਕਰਨੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਆਪ ਆ ਗਏ ਮੈਦਾਨ ਵਿੱਚ। ਇੱਕ ਪਾਸੇ ਇਹ ਤਿੰਨ ਵਿਰੋਧੀ ਅਬਦੁੱਲਾ ਖਾਨ, ਰਤਨ ਚੰਦ, ਕਰਮ ਚੰਦ, ਇੱਧਰ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ। ਤਿੰਨਾਂ ਨੂੰ ਲਲਕਾਰ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਿੰਨਾਂ ਦਾ ਪੂਰਾ ਜ਼ੋਰ ਕਰਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ 1630 ਈਸਵੀ 19 ਅੱਸੂ ਨੂੰ ਇਹਨਾਂ ਤਿੰਨਾਂ ਨੂੰ ਜਹੰਨਮ ਨੂੰ ਐਉਂ ਘੱਲਿਆ। ਰਣ ਵਿੱਚ ਪਾਇਆ ਸ਼ੋਰ ਜਦੋਂ ਅਬਦੁੱਲੇ ਗਾਜੀ ਨੇ, ਜਾਂ ਮਰਨਾ ਜਾਂ ਢਾਉਣਾ ਕਿਆ ਇਨ ਮੁੱਲੇ ਕਾਜੀ ਨੇ। ਉਹ ਡਾਡਾ ਪੈਕਨ ਘੋਰ ਨਗਾਰੇ ਢੋਲ ਨਵੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਉਹ ਸਣ ਪੁੱਤਰਾਂ ਦੇ ਰਣ ਵਿੱਚ ਲੱਥੇ ਕਾਨ ਜਵਾਨਾਂ ਦੇ, ਗਿਣੇ ਜਾਣ ਨਾ ਕਿੰਨੇ ਟੁਕੜੇ ਹੋਏ ਨਿਸ਼ਾਨਾਂ ਦੇ। ਉਹ ਸਭਨਾਂ ਨੇ ਫਲ ਭੋਗਿਆ ਮਾਲਕ ਦੀ ਤਕਸੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਉਹ ਸਿਰੋਂ ਪਰੇ ਹੋ ਲੜਿਆਈ ਓ, ਸਿਰੋਂ ਪਰੇ ਹੋ ਲੜਿਆ ਕਰਕੇ ਆ ਜਵਾਨੀ ਨੂੰ, ਦੀਨ ਲਈ ਸਣ ਪੁੱਤਾਂ ਮੈਂ ਦੇਣਾ ਕੁਰਬਾਨੀ ਨੂੰ। ਓ ਯੋਧਾ ਕਹਿ ਜੰਗ ਕਰਨਾ ਮੈਂ ਗੁਰ ਨਾਲ ਅਖੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਉਹ ਭੈਣ ਜੰਗੀ ਹਥਿਆਰ ਗੁਰੂ ਉਧਰ ਨੂੰ ਚੱਲੇ ਨੇ, ਤਿੰਨਾਂ ਨੂੰ ਲਲਕਾਰਿਆ ਸੂਰੇ ਸਤਗੁਰ ਕੱਲੇ ਨੇ। ਓ ਵਾਰ ਕਰੋ ਗੁਰ ਬੋਲਿਆ ਮਾਲਕ ਗਹਿਰ ਗੰਭੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਉਹ ਸੁਣ ਕਰਮਾ ਅਬਦੁੱਲਾ ਤੇ ਰਤਨਾਵੀ ਗੱਜ ਪਿਆ, ਪਤਾ ਲੱਗ ਜੂ ਵਾਹ ਤੇਰਾ ਮਰਦਾਂ ਨਾਲ ਅੱਜ ਪਿਆ। ਉਹ ਸਿਰੋਂ ਉਤਾਰੀਏ ਕਰਜ਼ਾ ਵੱਡਿਆਂ ਦੀ ਦਲਗੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਉਹ ਲਾਲਾ ਕੇ ਬਲ ਮਾਰਨਾ, ਲਾਲਾ ਕੇ ਬਲ ਮਾਰਨ ਸਤਗੁਰ ਰੋਕਣ ਢਾਲੇ ਤੇ, ਤੇਗ ਤੇਗ ਨਾਲ ਭਿੜ ਕੇ ਗਈ ਹੈ ਟੁੱਟ ਵਿਚਾਲੇ ਤੇ। ਉਹ ਧਨੁਸ਼ ਵਿੱਚੋਂ ਤਿੰਨ ਬਾਣ ਚਲਾ ਤਿੰਨਾਂ ਨੂੰ ਚੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਉਹ ਕਰਮਾ ਤੇ ਅਬਦੁੱਲਾ ਈ ਓ, ਕਰਮਾ ਤੇ ਅਬਦੁੱਲਾ ਰਤਨਾ ਜੰਗ ਵਿੱਚ ਮਾਰੇ ਗਏ, ਜੈ ਧਰਮ ਦੀ ਹੋ ਗਈ ਭਾਰੇ ਦੁਸ਼ਟ ਸੰਘਾਰੇ ਗਏ। ਉਹ ਬੈਂਕਾ ਭਸਮ ਕੜਤਨ ਕਬਜਾ ਜੀਬਾਂ ਸ਼ੀਰੀ ਦਾ, ਦੁਸ਼ਟ ਸੰਘਾਨ ਚੜਿਆ ਮਾਲਕ ਮੀਰੀ ਪੀਰੀ ਦਾ। ਬਹੁਤ ਖੂਬਸੂਰਤ ਅੰਦਾਜ਼, ਬਹੁਤ ਪਿਆਰੀਆਂ ਆਵਾਜ਼ਾਂ। ਵਾਕਈ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ, ਉਹਨਾਂ ਵਿੱਚੋਂ ਦੂਜੀ ਜੰਗ ਉਹ ਹਰਗੋਬਿੰਦਪੁਰੇ ਦੀ ਧਰਤੀ, ਜਿਸ ਧਰਤੀ ਨੂੰ ਮਹਾਰਾਜ ਚਰਨ ਛੋਹ ਪ੍ਰਾਪਤ ਹੋਈ, ਔਰ ਉੱਥੇ ਬਹੁਤ ਵੱਡਾ ਉਹਨਾਂ ਨੇ ਜੰਗ ਲੜ ਕੇ ਇਤਿਹਾਸ ਸਾਬਤ ਕਰ ਦਿੱਤਾ ਕਿ ਜੜ ਜੋਰੂ ਜ਼ਮੀਨ ਬਦਲੇ ਜੰਗਾਂ ਹੁੰਦੀਆਂ, ਪਰ ਗੁਰੂ ਸਾਹਿਬ ਨੇ ਧਰਮ ਨੂੰ ਉੱਚਾ ਰੱਖਣ ਵਾਸਤੇ ਇਹ ਵੀ ਜੰਗ ਲੜਿਆ। ਕਵੀਸ਼ਰੀ ਕਲਾ ਅੰਦਰ ਬਹੁਤ ਵੱਡੀਆਂ ਤਰੱਕੀਆਂ ਹੋਈਆਂ, ਬਹੁਤ ਮਾਣ ਸਨਮਾਨ ਮਿਲੇ। ਅਜੋਕੇ ਸਮੇਂ ਅੰਦਰ ਵੀ ਕਵੀਸ਼ਰਾਂ ਦੇ ਵੱਡੇ ਸਨਮਾਨ ਹੋ ਰਹੇ, ਜਿਵੇਂ ਆਪ ਜੀ ਨੇ ਪਹਿਲਾਂ ਵੀ ਦੱਸਿਆ। ਅੱਜ ਦੇ ਸਮੇਂ ਵਿੱਚ ਕਵੀਸ਼ਰੀ ਵਿਦੇਸ਼ਾਂ ਵਿੱਚ ਕਿਸ ਨਜ਼ਰਾਂ ਨਾਲ ਵੇਖੀ ਜਾ ਰਹੀ? ਵਿਦੇਸ਼ਾਂ ਵਿੱਚ ਬਹੁਤ ਸਤਿਕਾਰ ਮਿਲਦਾ ਜੀ ਕਵੀਸ਼ਰੀ ਕਲਾ ਨੂੰ, ਢਾਡੀ ਕਲਾ ਨੂੰ ਵੀ। ਵਾਹ। ਅਸੀਂ ਵੇਖਿਆ ਜੀ ਬਰਾਬਰ ਦਾ ਸਤਿਕਾਰ ਆ। ਮੈਂ ਤੁਹਾਨੂੰ ਅੱਗੇ ਦੱਸਿਆ ਵੀ 14 ਦੇਸ਼ ਅਸੀਂ ਵੇਖੇ ਆ। ਦੁਨੀਆ ਦਾ ਸਭ ਤੋਂ ਪਹਿਲੋਂ ਜਿੱਥੇ ਸੂਰਜ ਚੜ੍ਹਦਾ ਟਾਈਮ ਤਰੀਕ ਬਦਲਦੀ ਨਿਊਜ਼ੀਲੈਂਡ ਦੀ ਧਰਤੀ ਆ, ਉੱਥੇ ਵੀ ਅਸੀਂ 5.5 ਮਹੀਨੇ ਸੇਵਾ ਕਰਕੇ ਆਏ ਹਾਂ। ਇੱਧਰੋਂ ਸਭ ਤੋਂ ਅਖੀਰ ਤੇ ਕੈਨੇਡਾ ਤੇ ਅਮਰੀਕਾ ਦੇਸ਼ ਨੇ, ਉੱਥੇ ਅਸੀਂ 10 ਵਾਰ ਲਗਾਤਾਰ ਜਾ ਕੇ ਆਏ। ਜੋਗੀ ਸਾਹਿਬ ਜੀ ਨਾਲ ਕਿੰਨਾ ਕੁ ਸਮਾਂ? ਜੋਗੀ ਸਾਹਿਬ ਨਾਲ ਮੈਂ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਜੀ 14 ਸਾਲ ਕੱਟੇ, ਪਰ ਮੈਂ ਉਹ 14 ਸਾਲ ਉਹ ਸਮੇਂ 'ਚ ਕੱਟੇ ਆ ਜਿਸ ਵੇਲੇ ਜੋਗੀ ਸਾਹਿਬ ਤੇ ਵੀ ਕਿਸੇ ਵੇਲੇ ਕੋਈ ਬਹੁਤ ਵੱਡੀ ਵਿਪਤਾ ਬਣੀ ਸੀ, ਮੈਂ ਕਹਿ ਸਕਦਾ। ਬਿਲਕੁਲ। ਬਹੁਤ ਸਾਰੇ ਜੋਗੀ ਸਾਹਿਬ ਦਾ ਸਾਥ ਛੱਡ ਗਏ, ਉਹਨਾਂ ਦੇ ਨਿਕਟਵਰਤੀ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ, ਪਰ ਅਸੀਂ ਜੋਗੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਤੋਂ ਅੱਗੇ ਹੋ ਕੇ ਚੱਲਦੇ ਰਹੇ 4 ਕਦਮ। ਬਿਲਕੁਲ। ਉਹਨਾਂ ਦੀ ਰੱਖਿਆ ਵਾਸਤੇ ਆਪਣੀ ਤਨਦੇਹੀ ਦਾ, ਕਿਉਂਕਿ ਉਹਨਾਂ ਦੇ ਕੋਲੋਂ ਇਹ ਕੰਮ ਸਿੱਖਿਆ ਸੀ, ਉਹਨਾਂ ਦਾ ਕਰਕੇ ਬਹੁਤ ਸਾਰੇ ਦੇਸ਼ਾਂ 'ਚ ਉਹਨਾਂ ਦੇ ਨਾਲ ਵੀ, ਜਿਵੇਂ ਅਸੀਂ ਹਾਂਗਕਾਂਗ ਗਏ, ਸਿੰਗਾਪੁਰ ਗਏ, ਦੁਬਈ ਗਏ, ਮਲੇਸ਼ੀਆ ਗਏ, ਨਿਊਜ਼ੀਲੈਂਡ ਗਏ, ਮਤਲਬ ਬਹੁਤ ਸਾਰੇ ਦੇਸ਼ਾਂ ਦੀ ਸੈਰ ਜੋਗੀ ਸਾਹਿਬ ਨਾਲ ਕੀਤੀ। ਇਸ ਕਰਕੇ ਅਸੀਂ ਉਹਨਾਂ ਦੇ ਨਾਲ ਬਹੁਤ ਤਗੜੇ ਡਟ ਕੇ ਸਾਥ ਦਿੱਤਾ।
ਤੇ ਉਹ ਇਸ ਗੱਲ ਦਾ ਅਖੀਰ ਤੱਕ ਗੱਲਾਂ ਕਰਦੇ ਰਹੇ। ਜਿੱਥੇ ਵੀ ਕਿਤੇ 4 ਬੰਦੇ ਹੋਣੇ ਤੇ ਉਹਨਾਂ ਨੇ ਗੱਲ ਕਰਨੀ ਵੀ ਬਹੁਤ ਸਾਰੇ ਮੇਰੇ ਚੇਲੇ ਸੀ, ਪਰ ਉਹਦੇ ਵਿੱਚ ਜਿੰਨਾ ਮੈਨੂੰ ਮੱਖਣ ਸਿੰਘ ਤੇ ਮਾਣ ਹੈ ਸ਼ਾਇਦ ਇਹਨਾਂ ਕਿਸੇ ਤੇ ਨਹੀਂ। ਬਿਲਕੁਲ। ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣੀ ਸ਼ਾਦੀ ਤੇ ਸਾਡੇ ਪਿਤਾ ਜੀ ਦੀ ਡੈਥ ਹੋ ਗਈ ਸੀ, ਜੋਗੀ ਸਾਹਿਬ ਨੂੰ ਪਿਤਾ ਸਮਾਨ ਖਿਲਾਰ ਕੇ ਉਹਨਾਂ ਦੀ ਮਿਲਣੀ ਕਲਾਈ ਸੀ। ਵਾਹ ਕੀ ਬਾਤ। ਤੇ ਮੇਰੇ ਨਾਲ ਉਹਨਾਂ ਦਾ ਅਥਾਹ ਪਿਆਰ ਸੀ ਤੇ ਮੈਨੂੰ ਉਹਨਾਂ ਨੇ ਬਹੁਤ ਅਰਦਾਸਾਂ ਮੇਰੇ ਹੱਕ 'ਚ ਕਰਨੀਆਂ। ਉਹਨਾਂ ਆਖਣਾ ਮੱਖਣ ਸਿਆਂ ਜਿੱਦਾਂ ਅੱਜ ਮੇਰੀ ਗੱਲ ਚੱਲਦੀ ਹੈ ਨਾ, ਉਹ ਕਹਿੰਦਾ ਮੈਨੂੰ ਜਾਪੂਗਾ ਵੀ ਮੇਰੇ ਤੋਂ ਬਾਅਦ ਵੀ ਕਿਤੇ ਜੇ ਲੋੜ ਪਈ ਨਾ ਤੇ ਲੋਕ ਤੇਰੇ ਵਿੱਚੋਂ ਜੋਗੀ ਸਾਹਿਬ ਨੂੰ ਵੇਖ ਲਿਆ ਕਰਨਗੇ ਤੇ ਜੋਗੀ ਸਾਹਿਬ ਜਿੰਨੀ ਗੱਲ ਤੇਰੀ ਮੱਖਣ ਸਿਆਂ ਚੱਲਣੀ। ਤੇ ਮੈਨੂੰ ਜਾਪਦਾ ਵੀ ਮੈਂ ਆ ਥੋੜੇ ਸਮੇਂ ਵਿੱਚ ਹੀ ਜਿੰਨੀ ਤਰੱਕੀ ਕੀਤੀ ਆ, ਉਸ ਬਾਪੂ ਦੀਆਂ ਅਰਦਾਸਾਂ, ਉਹਦਾ ਮਿਹਰ ਦਾ ਹੱਥ, ਉਹਦਾ ਪਿਆਰ ਜਿਹੜਾ ਉਹ ਸਾਡੇ ਸਿਰ ਤੇ ਆ। ਬਿਲਕੁਲ ਬਿਲਕੁਲ। ਬਜ਼ੁਰਗਾਂ ਦੇ ਅਸੀਸਾਂ ਹੁੰਦੀਆਂ ਨੇ ਔਰ ਉਸਤਾਦ ਪਿਤਾ ਵਾਕਿਆ ਹੀ ਜੋ ਬਚਨ ਆਪਣੇ ਮੁੱਖ ਵਿੱਚੋਂ ਕਹਿ ਦੇਵੇ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ। ਜੋਗੀ ਸਾਹਿਬ ਜੀ ਦਾ ਸਾਥ ਲੰਬਾ ਸਮਾਂ ਤੁਸੀਂ ਦਿੱਤਾ, ਕਿੰਨੀਆਂ ਕੈਸਟਾਂ ਵਿੱਚ? ਮੈਂ ਲਗਭਗ ਉਹਨਾਂ ਨਾਲ 30 ਕੈਸਟਾਂ ਰਿਕਾਰਡ ਕਰਾਈਆਂ ਜੀ। ਦੁਨੀਆ ਦੀਆਂ ਮੰਨੀਆਂ ਹੋਈਆਂ ਕੰਪਨੀਆਂ ਟੀ ਸੀਰੀਜ਼, ਟੈਕਸਲਾ ਕੰਪਨੀ 'ਚ, ਇੱਥੇ ਇੱਕ ਅੰਮ੍ਰਿਤਸਰ ਫਾਈਨ ਟੱਚ ਕੰਪਨੀ, ਉਹਦੇ ਵਿੱਚ ਵੀ। ਹੁਣ ਵੀ ਸਾਡੇ ਆਪਣੇ ਮੇਰੇ ਜਥੇ ਦੀ ਲਗਭਗ 1.5 ਮਹੀਨਾ ਪਹਿਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਵੇਂ ਹੋਈ। ਵਾਹ, ਬੜਾ ਮਹਿੰਗਾ ਵਿਸ਼ਾ ਵਾ। 1 ਘੰਟੇ ਦੀ ਕੈਸਟ ਹੈ ਸਾਡੀ, ਉਹ ਹੁਣ CD ਤੇ ਮਿਲਦੀ ਨਹੀਂ, ਉਹ YouTube ਤੇ ਜਾ ਕੇ ਤੁਸੀਂ ਸੁਣ ਸਕਦੇ ਆ। 1 ਘੰਟੇ ਦੀ ਕੈਸਟ ਆ, ਜਿਹੜਾ ਬੜਾ ਮਹਿੰਗਾ ਮਜਮੂਨ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਉਂ ਕਰਨੀ ਪਈ। ਉਹ ਤੇ 1 ਘੰਟਾ ਪੂਰੀ ਵਿਚਾਰ ਕੀਤੀ ਗਿਆ। ਬਹੁਤ ਸਾਰੀਆਂ ਕਵਿਤਾਵਾਂ ਨੇ, ਕਵਿਤਾਵਾਂ ਵੀ ਉਹ ਨੇ ਗਿਆਨੀ ਦਰਬੀਰ ਸਿੰਘ ਗਿੱਲ ਮਹਿਮੇ ਚੱਕ, ਜਿਹੜਾ ਜੋਗੀ ਸਾਹਿਬ ਦੇ ਨਾਲ ਗਾਉਂਦਾ ਰਿਹਾ, ਜਿਹਦੀਆਂ ਬੜੀਆਂ ਵੱਡੀਆਂ ਧੁੰਮਾਂ ਨੇ, ਅੱਜ ਉਹ ਇੰਗਲੈਂਡ 'ਚ ਪੱਕੇ ਨੇ। ਉਹਨਾਂ ਦੀਆਂ ਕਵਿਤਾ ਤੇ ਮੇਰੇ ਸਾਥੀਆਂ ਨੇ ਬੜੀਆਂ ਕਮਾਲ ਦੀਆਂ ਗਾਈਆਂ। ਤੁਹਾਡੀ ਗੱਲ ਤੋਂ ਮੈਨੂੰ ਚੇਤਾ ਆ ਗਿਆ, ਮੇਰੇ ਬਹੁਤ ਹੀ ਪੁਰਾਣੇ ਦੋਸਤ ਨੇ ਸੁਰਜੀਤ ਸਿੰਘ ਜੀ ਮੂਧਲ, ਉਹਨਾਂ ਨੇ 1998 'ਚ ਸਾਡੇ ਕੋਲੋਂ ਹੋਲਾ ਲਵਾਇਆ ਸੀ ਜੋਗੀ ਸਾਹਿਬ ਦੇ ਨਾਲ ਮੱਖਣ ਵਿੰਡੀ। ਉਹਨਾਂ ਦਾ ਮੇਰੇ ਨਾਲ ਉਦੋਂ ਤੋਂ ਮੋਹ ਪਿਆਰ ਆ। ਜਿੱਦਣ ਦੀ ਉਹ ਕੈਸਟ ਆਈ ਆ, ਹਾਂਜੀ, ਉਹਨਾਂ ਨੂੰ ਕੱਲੀ ਤੇ ਮੈਨੂੰ ਤਕਰੀਬਨ ਤੀਜੇ ਦਿਨ ਫੋਨ ਕਰਦੇ ਹੁੰਦੇ, ਮੱਖਣ ਸਾਹਿਬ ਮੈਂ ਘੱਟੋ ਘੱਟ 100 ਵਾਰੀ ਤੇਰੀ ਇਹ ਕੈਸਟ ਸੁਣ ਚੁੱਕਾ। ਵਾਹ ਕੀ ਬਾਤ। ਕੱਲ ਦਰਬੀਰ ਸੋਨਾ ਵੀ ਗੱਲ ਹੋਈ ਸੀ, ਉਹ ਕਹਿੰਦਾ ਮੈਨੂੰ ਮੂਧਲ ਦਾ ਫੋਨ ਆਇਆ ਸੀ ਵੀ ਜਿਹੜੀਆਂ ਤੁਸੀਂ ਕਵਿਤਾ ਲਿਖ ਕੇ ਦਿੱਤੀਆਂ ਉਹ ਮੱਖਣ ਸਿੰਘ ਨੇ ਤੇ ਉਹਦੇ ਸਾਥੀਆਂ ਗੁਰਮੇਲ ਸਿੰਘ ਹੋਣਾ, ਜੋਗਿੰਦਰ ਸਿੰਘ ਹੋਣਾ, ਭੁਪਿੰਦਰ ਸਿੰਘ ਹੋਣਾ ਕਮਾਲ ਕੀਤੀ। ਉਹਦੇ ਮੈਂ ਜੋ ਸਵੇਰ ਤੋਂ ਟਰੱਕ 'ਚ ਬਹਿਨਾ ਉਹੀ ਕੈਸਟ ਚੱਲੀ ਜਾਂਦੀ। ਮਾਣ ਵਾਲੀ ਗੱਲ ਹੈ। ਕਵੀਸ਼ਰੀ ਕਲਾ ਨੂੰ ਬਹੁਤ ਸਾਰੇ ਰੰਗਾਂ ਵਿੱਚ ਗਾਇਆ ਜਾਂਦਾ, ਬਹੁਤ ਸਾਰੇ ਜਿਵੇਂ ਗੁਲਦਸਤਾ ਕਹਿ ਲਈਏ, ਇਹਦੇ 'ਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ। ਜੇ ਪੁਰਾਣੇ ਕਵੀਸ਼ਰਾਂ ਦੀ ਗੱਲ ਕਰੀਏ, ਜੋਗਾ ਸਿੰਘ ਜੋਗੀ ਸਾਹਿਬ, ਜਗੀਰ ਸਿੰਘ ਜੀ ਮਸਤ, ਗਿਆਨੀ ਸਰੂਪ ਸਿੰਘ ਵਰਗੇ, ਬਲਦੇਵ ਸਿੰਘ ਜੀ ਬੈਂਕਾ ਜੀ, ਨਿਰਮਲ ਸਿੰਘ ਜੀ ਚੋਲਾ ਸਾਹਿਬ, ਜਿਨ੍ਹਾਂ ਦੀ ਗੱਲ ਤੁਸੀਂ ਕੀਤੀ, ਵਾਕਿਆ ਹੀ ਅੱਜ ਕਿਤੇ ਨਾ ਕਿਤੇ ਉਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਸੀ, ਫਿਰ ਨਵੇਂ ਮੁੰਡਿਆਂ ਨੇ ਉਜਾਗਰ ਕੀਤੀਆਂ। ਕਵੀਸ਼ਰੀ ਕਲਾ ਨੂੰ ਕੁਝ ਸੁਰਾਂ ਵਿੱਚ ਰੱਖ ਕੇ ਗਾਇਆ ਜਾਂਦਾ, ਉਹ ਮੁੱਢਲੀਆਂ 2 ਸੁਰਾਂ ਦਾ ਜ਼ਰੂਰ ਸੰਗਤ ਨਾਲ ਸਾਂਝ ਪਾ ਕੇ ਜਾਓ। ਇਹ ਵੇਖੋ ਜੀ, ਰਿਦਮ ਤੋਂ ਸ਼ੁਰੂ ਹੁੰਦੀ ਹੈ, ਪੰਚਮ ਤੱਕ ਗਾਈ ਜਾਂਦੀ ਹੈ, ਬਹੁਤ ਸੁਰ ਨਾਲ ਗਾਈ ਜਾਂਦੀ ਆ, ਔਰ ਸੁਰ ਤੇ ਤਾਲ ਦਾ ਸੁਮੇਲ ਕਰਕੇ ਗਾਈ ਜਾਂਦੀ ਆ। ਜਿਵੇਂ ਰਾਗੀ ਸਿੰਘ ਸਾਜ਼ਾਂ ਦਾ ਆਸਰਾ ਲੈ ਲੈਂਦੇ ਨੇ, ਢਾਡੀ ਸਿੰਘ ਢੱਡ ਤੇ ਸਰੰਗੀ ਦਾ ਆਸਰਾ ਲੈ ਲੈਂਦੇ ਨੇ, ਪਰ ਕਵੀਸ਼ਰਾਂ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ, ਇਹਨਾਂ ਦੇ ਹਿਰਦੇ 'ਚੋਂ ਹੀ ਸਾਜ਼ ਵੱਜਦੇ ਨੇ। ਸਾਨੂੰ ਚੇਤਾ, ਅਸੀਂ ਕਈ ਵਾਰੀ ਜਾਂਦੇ ਰਹੇ ਸਟੇਜਾਂ ਤੇ ਜੋਗੀ ਸਾਹਿਬ ਨਾਲ, ਬਾਅਦ ਵਿੱਚ ਵੀ ਤਾਂ ਕਈਆਂ ਨੇ ਆਖਣਾ ਤੁਹਾਡੇ ਸਾਜ਼ ਅਸੀਂ ਖੜਮ ਲੈ ਆਂਦੇ ਆ, ਵਿੱਚ ਹੀ ਆ। ਉਹ ਜਦੋਂ ਅਸੀਂ ਉੱਠ ਕੇ ਖਲੋਣਾ, ਗਿਆਨੀ ਜੀ ਸਾਜ਼ ਅਸੀਂ ਕਿਹਾ ਵੀ ਤੁਸੀਂ 2 ਮਿੰਟ ਸਟੈਂਡ ਸਿੱਧੇ ਕਰੋ, ਸਾਜ਼ ਹੁਣੇ ਵੱਜਣ ਡੇ ਆਪਣੇ। ਉਹ ਫਿਰ ਬਾਅਦ 'ਚ ਉਹਨਾਂ ਨੇ ਆਖਣਾ ਵਾਕਿਆ ਜੀ ਕਮਾਲ ਆ ਗਈ, ਇਦਾਂ ਹੀ ਇਹ ਕਮਾਲ ਹੋ ਗਈ। ਇਸ ਤਰ੍ਹਾਂ ਕਰਕੇ ਸਾਜ਼ਾਂ ਦਾ ਜਿਹੜਾ ਆਸਰਾ ਨਾ, ਉਹ ਕੁਦਰਤ ਨੇ, ਕਲਗੀਆਂ ਵਾਲੇ ਪਾਤਸ਼ਾਹ ਦੀ ਮਿਹਰ ਹੈ, ਉਹਨੇ ਕਵੀਸ਼ਰਾਂ ਦੇ ਅੰਦਰ ਹੀ ਭਰ ਦਿੱਤੇ ਸਾਜ਼। ਤੇ ਉਹ ਐਨ ਬਿਲਕੁਲ ਰਿਦਮ 'ਚ, ਸੁਰ 'ਚ, ਤਾਲ 'ਚ ਕਵੀਸ਼ਰੀ ਜਿਹੜੀ ਆ ਉਹ ਗਾਈ ਜਾਂਦੀ ਆ। ਮੱਖਣ ਸਿੰਘ ਜੀ, ਕਵੀਸ਼ਰੀ ਕਲਾ ਵਿੱਚ ਬਹੁਤ ਵੱਡੇ ਵਿਦਵਾਨ ਕਵੀਸ਼ਰ ਹੋਏ। ਕਦੇ ਜ਼ਿੰਦਗੀ ਵਿੱਚ ਜਿਸ ਕਵੀਸ਼ਰ ਤੋਂ ਪ੍ਰੇਰਨਾ ਲੈ ਕੇ ਇਸ ਖੇਤਰ ਵਿੱਚ ਆਏ ਔਰ ਅੱਜ ਤੱਕ ਜਿਹਦਾ ਬੇਹੱਦ ਸਤਿਕਾਰ ਮਨ ਵਿੱਚ ਸਮੋ ਕੇ ਰੱਖਿਆ, ਉਹਨਾਂ ਬਾਰੇ ਵੀ ਜ਼ਰੂਰ ਸਾਂਝਾ ਕਰਕੇ ਜਾਓ। ਵੇਖੋ ਜੀ, ਸਤਿਕਾਰ ਤੇ ਮੈਂ ਸਾਰੇ ਕਵੀਸ਼ਰਾਂ ਦਾ ਕਰਦਾ, ਦਿਲੋਂ ਕਰਦਾ ਜੀ, ਪਰ ਮੈਨੂੰ ਪਤਾ ਕਿ ਸਾਡੇ ਇਲਾਕੇ ਵਿੱਚ ਜੋਗੀ ਸਾਹਿਬ ਦੇ ਨਾਲ ਉਦੋਂ ਗਿਆਨੀ ਗੁਰਮੁਖ ਸਿੰਘ ਐਮਏ, ਦਰਬੀਰ ਸਿੰਘ ਗਿੱਲ ਮਹਿਮੇ ਚੱਕ ਤੇ ਸਰਦਾਰਾ ਸਿੰਘ ਸ਼ੌਂਕੀ ਆਉਂਦੇ ਸੀ। ਤੇ ਮੇਰੇ ਮਨ 'ਚ ਉਦੋਂ ਤੋਂ ਲੈ ਕੇ ਸ਼ੁਰੂ ਤੋਂ ਰਹੀ ਵੀ ਇਹਨਾਂ ਦੇ ਵਾਂਗ ਗਾਉਣਾ ਵਾ, ਇਹ ਜਥੇ ਨਾਲ ਗਾਉਣਾ। ਮੈਂ ਉਦੋਂ ਸਕੂਲ ਪੜ੍ਹਦਾ ਹੁੰਦਾ ਸੀ, ਮੈਨੂੰ ਪਤਾ ਗੁਰਦੁਆਰਾ ਗੁਰੂ ਕੀ ਬੇਰ ਹੋਲੇ ਲੱਗਦੇ ਸੀ, ਜੋਗੀ ਸਾਹਿਬ ਦਾ ਜਥਾ ਹੁੰਦਾ ਸੀ, ਤੇ ਅਸੀਂ ਸਕੂਲੋਂ ਛੁੱਟੀ ਤੋਂ ਬਾਅਦ ਉੱਥੇ ਚਲੇ ਜਾਣਾ। ਵਾਹ। ਤੇ ਸਰਦਾਰਾ ਸਿੰਘ ਸ਼ੌਂਕੀ ਦਾ ਮੇਰੇ ਦਿਲ ਵਿੱਚ ਬਹੁਤ ਜ਼ਿਆਦਾ ਥਾਂ ਹੈ। ਵਾਹ। ਵੈਸੇ ਮੇਰੇ ਨਾਲ ਬਹੁਤ ਦਲਬੀਰ ਸਿੰਘ ਬਹੁਤ ਪਿਆਰ ਕਰਦਾ, ਹੋਰ ਵੀ ਪੁਰਾਣੇ ਕਵੀਸ਼ਰ ਗਿਆਨੀ ਜਗੀਰ ਸਿੰਘ ਜੀ ਮਸਤ ਬਹੁਤ ਪਿਆਰ ਕਰਦੇ ਸੀ, ਗਿਆਨੀ ਜਰਨੈਲ ਸਿੰਘ ਸਭਰਾ, ਸਰੂਪ ਸਿੰਘ ਸੂਰਵਿੰਡ, ਗਿਆਨੀ ਬਲਦੇਵ ਸਿੰਘ ਜੀ ਬੈਂਕਾ, ਹਰਭਜਨ ਸਿੰਘ ਸੁਪਾਰੀਵਿੰਡ, ਤੁਹਾਡੇ ਸਤਿਕਾਰਯੋਗ ਪਿਤਾ ਜੀ ਗਿਆਨੀ ਗੱਜਣ ਸਿੰਘ ਜੀ ਗੜਗਾਜੀ, ਮਿਹਰਬਾਨੀ। ਮਤਲਬ ਬਹੁਤ ਸਾਰੇ ਕਵੀਸ਼ਰ, ਅਜੀਤ ਸਿੰਘ ਦਰਦੀ,
ਤੇ ਮੇਰੇ ਉਸਤਾਦ ਪਿਤਾ ਉਹ ਤੇ ਫਿਰ ਮੈਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸੀ। ਤੁਹਾਨੂੰ ਆਪਣੇ ਬੱਚਿਆਂ ਜੋਗੀ ਵਾਂਗ ਸਾਹਿਬ ਦੇ ਪਿਆਰ ਨਾਲ ਮੈਂ ਦਿੱਤਾ। ਲੰਮਾ ਸਮਾਂ ਰਿਹਾ। ਹੂੰ। ਇਸ ਤਰ੍ਹਾਂ ਮੈਂ ਬਹੁਤ ਕਵੀਸ਼ਰਾਂ ਦਾ ਪਿਆਰ ਕਰਦਾ ਤੇ ਹਿਰਦੇ ਤੋਂ ਕਰਦਾ। ਵੇਖੋ ਅੰਦਰੋਂ ਜਿਹੜੀ ਗੱਲ ਹੈ ਨਾ ਉਹਦਾ ਕੁਝ ਹੋਰ ਆ, ਹਾਂਜੀ। ਉੱਪਰੋਂ ਸਤਿਕਾਰ ਨਹੀਂ, ਬੜੀ ਵੱਡੀ ਗੱਲ ਆ। ਜੋਗੀ ਸਾਹਿਬ ਨੂੰ ਤੇ ਪਿਆਰ ਕਰਦੇ ਹੋ, ਦੂਜਿਆਂ ਦਾ ਵੀ ਸਤਿਕਾਰ ਦਿਲ ਵਿੱਚ। ਮੈਂ ਵੇਖੋ ਜੀ ਮੇਰਾ ਸ਼ੁਰੂ ਤੋਂ ਹੀ ਕੁਦਰਤੀ ਸੁਭਾਅ ਰਿਹਾ, ਮੈਂ ਜਿਹਦਾ ਕਰਦਾ ਦਿਲੋਂ ਸਤਿਕਾਰ ਕਰਦਾ। ਜੇ ਕੋਈ ਮੇਰੇ ਨਾਲ ਨਹੀਂ ਕਰਦਾ ਨਾ ਉਹ ਉਹਦੀ ਵੱਖਰੀ ਗੱਲ ਹੈ, ਪਰ ਮੈਂ ਜਿਨ੍ਹਾਂ ਦਾ ਕਰਦਾ ਦਿਲੋਂ ਸਤਿਕਾਰ ਆ। ਮਨ ਵਿੱਚ ਕੋਈ ਕਿਸੇ ਵਾਸਤੇ ਕੋਈ ਵੈਰ, ਕੋਈ ਵਿਰੋਧ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਦਿਲੋਂ ਸਤਿਕਾਰ ਕਰਦਾ ਸਾਰੇ ਕਵੀਸ਼ਰਾਂ ਦਾ ਤੇ ਆਸ ਕਰਦਾ ਕਿ ਇਹ ਅਖੀਰ ਤੱਕ ਕਰਦਾ ਰਵਾਂਗਾ। ਵਾਹ ਵਾਹ। ਦੋ ਹੀ ਚੀਜ਼ਾਂ ਹੁੰਦੀਆਂ ਵਧਣ ਵਾਸਤੇ, ਇੱਕ ਤੇ ਪਰਮੇਸ਼ਰ ਦਾ ਭੈ ਪਾਓ, ਦੂਜਾ ਹੁੰਦਾ ਰੱਜ ਕੇ ਮਿਹਨਤ ਕਰਨੀ। ਇਹ ਦੋਨੇ ਚੀਜ਼ਾਂ ਜਿਸ ਮਨੁੱਖ ਦੇ ਪੱਲੇ ਹੋਣ ਉਹਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਹਾਂਜੀ ਉਹ ਤੇ ਚਲੋ ਹੈ ਜੀ, ਵਾਹਿਗੁਰੂ ਮਿਹਰ ਕਰਦਾ। ਵੈਸੇ ਮੈਂ ਸੋਚਦਾ ਵੀ ਜਿਹੜੇ ਬੰਦੇ ਦੀ ਤਰੱਕੀ 'ਚ ਥੋੜ੍ਹੀਆਂ ਬਾਲੀਆਂ ਔਕੜਾਂ ਆਉਂਦੀਆਂ ਉਹਨੂੰ ਥੋੜ੍ਹਾ ਜਿਹਾ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਤੇ ਉਹ ਵੱਧ ਪੌੜੀਆਂ ਚੜ੍ਹਦਾ। ਜੀ। ਕਿਉਂਕਿ ਸਿਆਣਾ ਡਰਾਈਵਰ ਉਹ ਹੁੰਦਾ ਵਾ ਗੱਡੀ ਚੱਲਦੀ ਹੋਵੇ ਤੇ ਸੜਕ 'ਚ ਟੋਏ ਹੋਣ ਤੇ ਉਹ ਚੱਜ ਨਾਲ ਚਲਾ ਸਕਦਾ। ਤੇ ਜੇ ਪੱਧਰੀ ਸੜਕ ਉਹਦੇ ਅੱਖਾਂ ਮੀਟ ਕੇ ਚਲਾਈ ਨੀਂਦ ਜਾਂਦਾ ਵੀ ਆ ਸਕਦੀ। ਤੇ ਇਸ ਵਾਸਤੇ ਜਿਹਦੀ ਤਰੱਕੀ ਵਿੱਚ ਕੋਈ ਥੋੜੇ ਬਾਲੇ ਰੋੜੇ ਅੜਦੇ ਆ, ਕੋਈ 19-21 ਹੁੰਦੀ ਆ ਨਾ, ਉਹਦਾ ਥੋੜਾ ਜਿਹਾ ਮਿਹਨਤ ਜ਼ਿਆਦਾ ਹੋ ਜਾਂਦੀ ਹੈ। ਇੱਕ ਮੈਂ ਵੈਸੇ ਹੀ ਵੇਖਿਆ ਵੀ ਕਦੇ ਵੀ ਕਿਸੇ ਚੀਜ਼ ਨੂੰ ਕੋਈ ਰੁਕਾਵਟ ਲੱਗੇ ਨਾ ਉਹਨੂੰ ਲੋਕ ਵੀ ਜ਼ਿਆਦਾ ਪਿਆਰ ਕਰਦੇ ਨੇ। ਇਸ ਵਾਸਤੇ ਜੀ ਤੇ ਕੋਈ ਥੋੜੀ ਬਾਲੀ ਇੱਦਾਂ ਹੁੰਦੀਆਂ ਨਾ ਉਹਨੂੰ ਸਗੋਂ ਸੰਗਤ ਵੀ ਜ਼ਿਆਦਾ ਪਿਆਰ ਕਰਦੀ ਆ ਵੀ ਸੁਣੋ ਹਾਂ ਕੀ ਹੁੰਦਾ, ਕੀ ਗੱਲ ਆ, ਕੀ ਆ। ਬਿਲਕੁਲ ਬਿਲਕੁਲ। ਪਰ ਮੈਂ ਸੋਚਦਾ ਵੀ ਮੇਰੇ ਤੇ ਜਥੇ ਤੇ ਬਹੁਤ ਮਹਾਰਾਜ ਦੀ ਕਿਰਪਾ ਤੇ ਮੈਂ ਆਪਣੇ ਸਾਥੀਆਂ ਦਾ ਆਪਣੇ ਨਾਲੋਂ ਵੀ ਜ਼ਿਆਦਾ ਸਤਿਕਾਰ ਕਰਦਾ। ਮੈਂ ਕਹਿੰਦਾ ਇਹ ਮੇਰੇ ਪਰ ਨੇ। ਮੇਰੀ ਕਈ ਵਾਰੀ ਗੱਲ ਹੁੰਦੀ ਆ ਕਿ ਮੈਂ 100 ਵਾਰੀ ਜਹਾਜ਼ ਤੇ ਕਰੀਬ ਚੜਿਆ ਜੀ, ਪਰ ਜਹਾਜ਼ ਦੇ ਜਿਹੜੇ ਪਰੇ ਹੁੰਦੇ ਉਹਨਾਂ ਵਿੱਚ ਖੰਭੇ ਹੁੰਦੇ ਆ 2 ਪੱਖੇ, ਜਿੰਨਾ ਚਿਰ ਉਹ ਪੱਖੇ ਨਾ ਚੱਲਣ ਉਹਨਾਂ ਚਿਰ ਜਹਾਜ਼ ਉਡਾਰ ਨਹੀਂ ਭਰਦਾ। ਮੈਂ ਸਮਝਦਾ ਮੇਰੇ ਸਾਥੀ ਮੇਰੇ ਪਰ ਨੇ। ਬਿਲਕੁਲ। ਇਹ ਮੇਰੇ ਨਾਲੋਂ ਵੱਧ ਮਿਹਨਤ ਕਰਦੇ ਆ, ਵੱਧ ਜ਼ੋਰ ਲਾਉਂਦੇ ਆ। ਇਸ ਕਰਕੇ ਸਾਡਾ ਜਿਹੜਾ ਇਸ ਵੇਲੇ ਜਹਾਜ਼ ਆ ਬਹੁਤ ਉਚਾਈ ਵੱਲ ਨੂੰ ਜਾ ਰਿਹਾ। ਚਲੋ ਅਰਦਾਸ ਕਰਦੇ ਆ ਇਹ ਜਹਾਜ਼ ਹਮੇਸ਼ਾ ਬੁਲੰਦੀਆਂ ਨੂੰ ਛੂਹਦਾ ਰਹੇ। ਮੱਖਣ ਸਿੰਘ ਜੀ ਬਹੁਤ ਦਿਲ ਕਰਦਾ ਸੀ ਲੰਬੀਆਂ ਗੱਲਾਂ ਕਰੀਏ, ਸਮਾਂ ਇਜਾਜ਼ਤ ਨਹੀਂ ਦਿੰਦਾ। ਕਦੇ ਫੇਰ ਸਮਾਂ ਬਣਿਆ, ਕੁਦਰਤ ਨੇ ਸਮਾਂ ਬਣਾਇਆ ਤੇ ਆਪਾਂ ਖੂਬ ਵਿਚਾਰਾਂ ਕਰਾਂਗੇ। ਇੱਕ ਵਾਰ ਫੇਰ ਧੰਨਵਾਦ ਕਰਦੇ ਸਮੇਤ ਜਥੇ ਦੇ। ਜੀ ਆਇਆਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।